ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ 7 ਮਹੀਨੇ ਪੂਰੇ। ਸੀਐਮ ਭਗਵੰਤ ਮਾਨ ਬੋਲੇ 7 ਮਹੀਨਿਆਂ ਦੇ ਵਿੱਚ ਅਸੀਂ ਉਹ ਕੰਮ ਕੀਤੇ ਜੋ ਬਾਕੀ 70 ਸਾਲਾਂ ਦੇ ਵਿੱਚ ਨਹੀਂ ਕਰ ਸਕੇ। ਨੇਕ ਨੀਅਤ ਦੇ ਨਾਲ ਕਰਦੇ ਰਹਾਂਗੇ ਕੰਮ। ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ गिरफ्तार। ਵਿਜੀਲੈਂਸ ਦੇ ਅਧਿਕਾਰੀ ਨੂੰ ਰਿਸ਼ਵਤ ਦੇਣ ਦੀ ਕੋਸ਼ਿਸ਼ ਦਾ ਇਲਜ਼ਾਮ। 50 ਲੱਖ ਰੁਪਏ ਦਿੰਦਿਆਂ ਰੰਗੇ ਹੱਥੀਂ ਕੀਤਾ ਕਾਬੂ। न्यूज़ 18 ਤੇ ਵਿਜੀਲੈਂਸ एआईजी मनमोहन कुमार ਦਾ ਵੱਡਾ ਖੁਲਾਸਾ। ਬੋਲੇ ਘਰ ਆ ਕੇ ਸੁੰਦਰ ਸ਼ਾਮ ਅਰੋੜਾ ਨੇ 1 ਕਰੋੜ ਰੁਪਏ ਦੀ ਕੀਤੀ ਪੇਸ਼ਕਸ਼। ਜਾਂਚ ਤੋਂ ਨਾ ਹਟਾਉਣ ਦੇ ਲਈ ਦਿੱਤੀ ਰਿਸ਼ਵਤ। ਕਾਂਗਰਸ ਦੇ ਵੱਲੋਂ ਸੁੰਦਰ ਸ਼ਾਮ ਅਰੋੜਾ ਦੀ ਗ੍ਰਿਫਤਾਰੀ ਦੀ ਹਿਮਾਇਤ। न्यूज़ 18 ਤੇ ਬੋਲੇ ਪ੍ਰਤਾਪ ਬਾਜਵਾ ਕਿ ਰਿਸ਼ਵਤ ਦਿੰਦਿਆਂ ਰੰਗੇ ਹੱਥੀਂ ਫੜਨਾ ਤਾਂ ਠੀਕ, ਪਰ ਸਰਾਰੀ ਨੂੰ ਕਦੋਂ ਕਰੋਗੇ ਗ੍ਰਿਫਤਾਰ। ਅੰਮ੍ਰਿਤਸਰ 'ਚ ਤੇਜ਼ ਰਫ਼ਤਾਰ ਕਾਰ ਤੇ ਮੋਟਰਸਾਈਕਲ ਵਿਚਾਲੇ ਭਿਆਨਕ ਟੱਕਰ। ਮੋਟਰਸਾਈਕਲ ਸਵਾਰ ਦੀ ਮੌਕੇ ਤੇ ਮੌਤ, ਮਹਿਲਾ ਗੰਭੀਰ ਜ਼ਖਮੀ, ਕਾਰ ਚਾਲਕ ਮੌਕੇ ਤੋਂ ਫਰਾਰ। ਮੋਹਾਲੀ ਪੁਲਿਸ ਨੇ ਬੰਬੀਹਾ ਗੈਂਗ ਦੇ 2 ਗੁਰਗੇ ਹੋਰ ਕੀਤੇ ਗ੍ਰਿਫਤਾਰ। 10 ਪਿਸਤੌਲਾਂ ਬਰਾਮਦ। ਨਾਲਾਗੜ੍ਹ ਕੋਰਟ ਦੇ ਬਾਹਰ ਫਾਇਰਿੰਗ ਕਰਨ ਦੇ ਵਿੱਚ ਸਨ ਸ਼ਾਮਿਲ। ਕਪੂਰਥਲਾ ਦੇ ਪਿੰਡ ਤਲਵੰਡੀ ਮਹਿਮਾ ਦੇ ਵਿੱਚ ਪੁਲਿਸ ਮੁਲਾਜ਼ਮਾਂ ਦੀ ਬੇਰਹਿਮੀ ਦੇ ਨਾਲ ਕੁੱਟਮਾਰ। ਡਾਂਗਾ ਦੇ ਨਾਲ ਲੈਸ ਬਦਮਾਸ਼ਾਂ ਨੇ ਬੁਰੀ ਤਰ੍ਹਾਂ ਕੁੱਟਿਆ। ਕਾਰ ਓਵਰਟੇਕ ਕਰਨ ਨੂੰ ਲੈ ਕੇ ਹੋਇਆ ਸੀ ਝਗੜਾ। ਗਿੱਦੜਬਾਹਾ ਦੇ ਵਿੱਚ ਨੌਜਵਾਨ ਦੇ ਨਾਲ ਬੇਰਹਿਮੀ। ਨਰਮਾ ਚੋਰੀ ਕਰਨ ਦੇ ਇਲਜ਼ਾਮ ਦੇ ਵਿੱਚ ਬੁਰੀ ਤਰ੍ਹਾਂ ਕੁੱਟਮਾਰ। ਨਸ਼ੇਦਾਰ ਦੀ ਦੱਸਿਆ ਜਾ ਰਿਹਾ ਹੈ ਨੌਜਵਾਨ। ਕਪੂਰਥਲਾ ਦੇ ਸਿਵਲ ਹਸਪਤਾਲ ਦੇ ਵਿੱਚ ਹਵਾਲਾਤੀ ਦੀ ਮੌਤ। ਪਰਿਵਾਰ ਦਾ ਪੁਲਿਸ ਤੇ ਟਾਰਚਰ ਕਰਨ ਦਾ ਇਲਜ਼ਾਮ। ਕਿਹਾ ਥਾਣੇ ਦੇ ਵਿੱਚ ਮੁੰਡੇ ਦੀ ਬੁਰੇ ਤਰੀਕੇ ਦੇ ਨਾਲ ਕੀਤੀ ਕੁੱਟਮਾਰ। ਕਾਰਵਾਈ ਦੀ ਮੰਗ। ਗੁਰੂਗ੍ਰਾਮ ਦੀ ਨਿੱਜੀ ਯੂਨੀਵਰਸਿਟੀ ਦੇ ਵਿੱਚ ਧਾਰਮਿਕ ਨਾਅਰਿਆਂ ਨੂੰ ਲੈ ਕੇ ਵਿਦਿਆਰਥੀਆਂ ਦੇ 2 ਗੁੱਟਾਂ ਦੇ ਵਿਚਾਲੇ ਝੜਪ। 90 ਨਾਈਜੀਰੀਅਨ ਮੁਸਲਿਮ ਵਿਦਿਆਰਥੀ ਦਿੱਲੀ ਰਵਾਨਾ। ਪੁਲਿਸ ਦੇ ਵੱਲੋਂ ਦੋਵੇਂ ਧਿਰਾਂ ਦੇ ਖਿਲਾਫ ਕੇਸ ਦਰਜ। ਸਤਿ ਸ਼੍ਰੀ ਅਕਾਲ। ਸਮੇਂ ਦੇ ਬੁਲੇਟਿਨ 'ਚ ਸਵਾਗਤ ਹੈ। ਮੈਂ ਤੁਹਾਡੇ ਨਾਲ ਗੁਰਜੋਤ ਸੰਧੂ। ਖਬਰਾਂ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਸਿਰਸਾ ਤੋਂ ਕਰਦੇ ਹਾਂ, ਜਿੱਥੋਂ ਵੱਡੀ ਖਬਰ ਆ ਰਹੀ ਹੈ। ਸਿਰਸਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਫਾਇਰਿੰਗ ਹੋਈ ਹੈ। ਸ਼ਰੇਆਮ ਸ਼ਖਸ ਨੂੰ ਗੋਲੀ ਮਾਰੀ ਗਈ ਹੈ। ਗੋਲੀ ਲੱਗਣ ਦੇ ਨਾਲ ਦੱਸਦੇ ਕਿ ਨੌਜਵਾਨ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਇਆ। ਦੋਵੇਂ ਧਿਰਾਂ ਦੇ ਵਿਚਾਲੇ ਝੜਪ ਹੋਈ ਹੈ। ਸੀਸੀਟੀਵੀ ਦੇ ਵਿੱਚ ਸਾਰੀ ਘਟਨਾ ਕੈਦ ਹੋਈ ਹੈ। ਸਾਰਾ ਮਾਮਲਾ ਕੈਦ ਹੋਇਆ ਕਿਸ ਤਰ੍ਹਾਂ ਦੇ ਨਾਲ ਸ਼ਰੇਆਮ ਇੱਥੇ ਫਾਇਰਿੰਗ ਕੀਤੀ ਗਈ ਹੈ। ਸ਼ਖਸ ਨੂੰ ਗੋਲੀ ਮਾਰੀ ਗਈ ਹੈ। 2 ਧਿਰਾਂ ਦੇ ਵਿਚਾਲੇ ਦੱਸ ਦਈਏ ਕਿ ਵਿਵਾਦ ਹੋਇਆ ਸੀ। ਇੱਕ ਰਾਤ ਪਹਿਲਾਂ ਵਿਵਾਦ ਹੋਇਆ ਸੀ, ਪਰ ਉਹ ਵਿਵਾਦ ਇੱਥੋਂ ਤੱਕ ਵਧਿਆ ਕਿ ਹਸਪਤਾਲ ਦੇ ਵਿੱਚ ਜਾ ਕੇ ਵੀ ਫਾਇਰ ਕਰ ਦਿੱਤਾ। ਯਾਨੀ ਕਿ ਇੱਥੇ ਆ ਕੇ ਮਾਮਲਾ ਜ਼ਿਆਦਾ ਵੱਧ ਗਿਆ ਤਾਂ ਇੱਥੇ ਫਾਇਰ ਕੀਤੇ ਗਏ। ਔਰ ਸਿਰਸਾ ਦੇ ਸਰਕਾਰੀ ਹਸਪਤਾਲ ਦਾ ਇਹ ਸਾਰਾ ਮਾਮਲਾ ਜਿੱਥੇ ਫਾਇਰਿੰਗ ਹੋਈ ਹੈ ਔਰ ਸ਼ਰੇਆਮ ਸ਼ਖਸ ਨੂੰ ਆ ਕੇ ਗੋਲੀ ਮਾਰ ਦਿੱਤੀ ਗਈ ਹੈ। ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਨੇ। ਸਾਫ਼ ਤੌਰ ਤੇ ਇੱਥੇ ਵੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਦੇ ਨਾਲ ਇਹ ਘਟਨਾ ਵਾਪਰੀ ਹੈ। ਕਿਵੇਂ ਸਿਰਸਾ ਦਾ ਹਸਪਤਾਲ ਹੈ ਜਿੱਥੇ ਗੋਲੀ ਚਲਾਈ ਗਈ ਹੈ। ਤਾਂ ਦੱਸਦੀ ਕਿ ਨੌਜਵਾਨ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਇਆ। ਹਾਲਾਂਕਿ ਸਾਰਾ ਮਾਮਲਾ ਵੀ ਜਾਣਦੇ ਹਾਂ ਕਿ ਕੁਝ ਇੱਥੇ ਹੋਇਆ ਹੈ, ਕਿਉਂਕਿ ਇਹ ਜਾਣਕਾਰੀ ਜ਼ਰੂਰ ਹੈ ਕਿ ਇੱਕ ਦਿਨ ਪਹਿਲਾਂ ਇਹਨਾਂ ਦੋਵਾਂ ਪੱਖਾਂ ਦੇ ਵਿਚਾਲੇ ਕੋਈ ਗੱਲਬਾਤ ਹੋਈ ਸੀ, ਤਾਂ ਜਿਸ ਤੋਂ ਬਾਅਦ ਅਗਲੇ ਦਿਨ ਇਹ ਸਾਰਾ ਕੁਝ ਹਸਪਤਾਲ ਦੇ ਵਿੱਚ ਹੋਇਆ। ਜਾਂ ਕਹਿ ਲਈਏ ਕਿ ਹਸਪਤਾਲ ਦੇ ਵਿੱਚ ਜਾ ਕੇ ਅੱਗੇ ਹੋਰ ਜਿਹੜਾ ਵਿਵਾਦ ਵੱਧਦਾ ਨਜ਼ਰ ਆਇਆ। ਗੋਲੀ ਮਾਰੀ ਗਈ, ਜਾ ਕੇ ਸ਼ਰੇਆਮ ਫਾਇਰ ਕਰ ਦਿੱਤਾ ਗਿਆ। ਸਰਕਾਰੀ ਹਸਪਤਾਲ ਹੈ ਸਿਰਸਾ ਦਾ, ਜਿੱਥੇ ਸਾਰੀ ਘਟਨਾ ਸਾਹਮਣੇ ਆਈ ਹੈ, ਜਿੱਥੋਂ ਸਾਰਾ ਵਿਵਾਦ ਜੋ ਹੈ ਉਹ ਸਾਹਮਣੇ ਆਇਆ। ਤਾਂ फोन लाइन पे नकुल जसूजा ने साढ़े नाल ज्यादा जानकारी। नकुल, सबसे पहले सारा मामला आपसे जानना चाहेंगे, क्या कुछ ये तस्वीरें बयान कर रही है और क्या कुछ मामला? देखिए गुरजोत, बिल्कुल 2 गुटों में झगड़ा हुआ था सिरसा के एक बाजार में, और उसमें कुछ लोगों के चोट लगी थी। जब उनका उपचार करवाने के लिए नागरिक अस्पताल में गए तो वहां पर दूसरे गुट के लोग पहुंच गए और दोबारा झगड़ा बढ़ गया। झगड़ा इस कदर बढ़ा कि इस झगड़े के चलते गोलीबारी भी हुई और एक गोली भी एक शख्स को गोली भी लगी है, जो सीसीटीवी फुटेज में दिख रहा है। एक दूसरे के साथ झगड़ा हुआ जब 2 गुटों का, तो कई लोगों को चोटें भी आई हैं। फिलहाल 7 से 8 लोग बताए जा रहे हैं वो घायल हैं, जिनका उपचार चल रहा है, और कुछ लोगों को रेफर किया है। जिसकी गोली लगी है उसकी स्थिति फिलहाल चिंताजनक बताई जा रही है और उसको भी सिरसा के नागरिक अस्पताल से रेफर कर दिया है। पुलिस पूरे मामले की जांच कर रही है और इस केस में जितने भी लोग हैं और क्या कारण रहा लड़ाई के पीछे, क्योंकि कुछ हथियार भी बरामद हुए हैं। अस्पताल परिसर में जो नर्सिंग वार्ड है वहां पर भी बताया जा रहा है कि झगड़ा हुआ था, तो वहां पर भी कुछ हथियार, तेजधार हथियार, तलवार और गंडासियां
जो है वो बरामद हुई है। तो पुलिस पूरे मामले की जांच कर रही है और अभी फिलहाल पुलिस पूरी जानकारी नहीं दे रही है। पुलिस के अधिकारियों से हमारी बात हुई है, उनका कहना है कि कुछ देर बाद पूरे मामले की जानकारी लेने के बाद मीडिया को ब्रीफिंग की जाएगी और जानकारी दी जाएगी कि आखिर झगड़े की वजह क्या रही। ठीक है नकुल, तमाम जानकारी के लिए धन्यवाद। ये सारा मामला सिरसा तो सामने आया, हथियार भी कुछ बरामद हुए ने, पुलिस ने भी जानकारी मिली है कुछ गंडासियां कुछ तेजधार हथियार जिहड़े ने बरामद हुए ने। दो तरह के विचाले बहुत ज्यादा यह विवाद बढ़िया है और जिस नौजवान की गोली लगी है उसकी हालत काफी गंभीर दसी जा रही है। शरेआम दस दईए कि शख्स ते फायर किया गया है और ये तस्वीरां भी सामने आईयां ने। सीसीटीवी दे विच सारा मामला कैद हो गया। इस सबूतां दे वजों भी पुलिस जिहड़ी है वो वेख सकती है क्योंकि नर्सिंग होम दे विच इस तो पहला भी जिहड़ी है वो झड़प हुई, थोड़ी देर पहला भी झड़प हुई। तो यह सारा मामला सिरसा तो सामने आया। उधर थोड़ी देर दे विच सुंदर शाम अरोड़ा दी कोर्ट दे विच पेशी है। मोहाली कोर्ट दे विच विजिलेंस दे वल्लों पेश किया जाना है। जीरकपुर तो विजिलेंस ने दस दी कि गिरफ्तार किया है। 50 लाख की रिश्वत देंदियां रंगे हथी गिरफ्तार किया गया। विजिलेंस अफसर नूं रिश्वत देने की कोशिश का इल्जाम लग्या। जांच तो नाम हटाउण दे लई दसी कि 1 करोड़ रुपए की पेशकश की गई सी, जिस दियां 2 किश्तां तय हुईयां सन और पहली किश्त देण जाण दे लई गए सन सुंदर शाम अरोड़ा, जिन्होंने मौके पर दबोचिया गया है, मौके पर गिरफ्तार किया गया है। सुंदर शाम अरोड़ा का पीए मनी भी गिरफ्तार हो गया है। यह भी दस दईए आमदन तो वध जायदाद का मामला सी, जिस मामले के पुछगिछ की जा रही थी। हालांकि जिस वेले पिछले दिनों के बुलाया गया सी सुंदर शाम अरोड़ा नूं, तां उन्होंने दावा किया कि अजिहा कुछ भी नहीं है, 1 रुपए का भी कोई हेरा फेरी मेरे वालों नहीं की गई है। इवन सारी जी डिटेल होंदी है वो प्रॉपर जी है साइट से पा दी जाती जिस वेले इलैक्शन होंगे ने। तो यह सारा मामला उन्होंने कहा सी, पर हुण यह गिरफ्तारी हुई है। मिलना आए सी कोई गल नहीं, कहना मैं तुहानू कल आके 50 लाख रुपया दे दांगा, बाकी फिर मैं बाद चो दे दांगा। जिस तरह इन्होंने कहा सी मंत्री ने कि मैं आवांगा अगले दिन, तो ये आके इन्होंने कॉन्टैक्ट किया कि मैं इत्थे आ गया वा। ये घरे नहीं सी, इन्होंने कहा मैं घरे नहीं हैगा, तुसीं इस जगह पर आ जाओ। तो उत्थे असीं ऑलरेडी ये ट्रैप ले किया होया सी जिथे इन्होंने बुलाया। सो इट वॉज प्री प्लैंड कि इस जगह पर इन्होंने बुलावांगे। सो जदों इत्थे आके इन्हों आके इन्हों दे गड्डी च जिहड़े बैठ गए तो फिर कहन लग पे कि मैं इस तरह ये पैसे वगैरह लिआंदे, ते नाल ही इन्होंने अपने जिहड़ा बंदा सी इन्हों दे नाल जिहड़ा आया पीए उन्होंने कहा कि बैग जिहड़ा पैसों का दे दो। तो बैग जिहड़ा लिया के इन्हों जो देन लगे गड्डी च रखन लगे, उस वेले टीम साड़ी अलर्ट सी, उन्होंने इन्हों जिहड़ा पैसे भी जिहड़े रिकवर कर ले, नाल ही इन्हां दी अरेस्ट। तो उधर दूसरे पासे सरकार दे 7 महीने जिहड़े ने पूरे हुए ने और अमन अरोड़ा दे वल्लों प्रेस कॉन्फ्रेंस की जा रही है। मंत्री ने भगत सिंह जी दी पवित्र धरती खटकड़ कलां तो उत्थों दी पवित्र मिट्टी नूं अपने मत्थे दे नाल ला के शुरुआत कीती सीगी 16 मार्च नूं, ते अज 7 महीने पूरे होण उपरंत उन्हां दियां सरकार दियां उपलब्धियां जिहड़ियां कि बेइंतहा ने उन्हां नूं तुहाडे और तुहाडे जरिए पंजाब दे सन्मुख रखण दे लई अज तुहाडे रूबरू हो रहे हां। साथियो, पिछले 70 सालां दे विच जो होया वो किसे तो लुकिया नहीं होया हैगा, ते उस दा खमियाजा वड्डियां रवायती पार्टियां ते वड्डे वड्डे धुरंधर जिहड़े अपने आप नूं पंजाब दा रहबर कहा करदे सीगे, चाहे वो अकाली दल दे सी, कांग्रेस दे सी, बीजेपी दे सी, जिस तरीके दे नाल पंजाब दे लोकां नूं उन्हां नूं धूड़ चटा दित्ती उन्हां धुरंधरां नूं। उस तो बाद मान साहब दी पारी दी शुरुआत हुई ते अज यह पहली वारी हो रहा है कि 7 महीनों दे विच अचीवमेंट की झड़ी है जिहड़ी वो लगी हुई है। अज सब तो वड्डी अचीवमेंट मैं समझदा कि भगवंत मान जी दी और उन्हां दी सरकार दी यह है कि जिहड़ा पंजाब दे लोकां दे मनां दे विच एक गल परपक्क हो चुकी सीगी, घर कर चुकी सीगी कि कोई राजनीतिक पार्टी, कोई सरकार, कोई लीडर ईमानदार ही नहीं हो सकदा हैगा। उस धब्बे नूं, उस दाग नूं मटेण दे विच भगवंत मान जी और उन्हां दी सरकार
100% ਕਾਮਯਾਬ ਹੋਈ ਹੈ। ਇਹ ਪਹਿਲੀ ਵਾਰੀ ਹੋਇਆ ਹੈ ਕਿ ਐਂਟੀ ਕਰਪਸ਼ਨ ਹੈਲਪਲਾਈਨ ਦੀ ਇੱਕ ਨੰਬਰ ਹੈ ਜਿਹੜਾ ਉਹ ਜਾਰੀ ਕੀਤਾ ਗਿਆ ਹੈ ਤੇ ਉਹਦੇ ਉੱਪਰ ਲੱਖਾਂ ਕੰਪਲੇਂਟਸ ਨੇ ਜਿਹੜੀਆਂ ਉਹ ਆਈਆਂ ਨੇ, ਉਹਨਾਂ ਦੇ ਉੱਪਰ ਕੰਮ ਹੋਇਆ ਕੱਲੀ ਕੰਪਲੇਂਟ ਦੇ ਉੱਪਰ। ਤੇ ਅੱਜ 212 ਭ੍ਰਿਸ਼ਟਾਚਾਰੀ, ਚਾਹੇ ਉਹ ਕੋਈ ਸਿਆਸਤਦਾਨ ਸੀ, ਐਕਸ ਐਮਐਲਏ, ਐਕਸ ਮੰਤਰੀ ਸੀ, ਚਾਹੇ ਉਹ ਕੋਈ ਅਫਸਰ ਸੀ, ਚਾਹੇ ਕੋਈ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ, ਜਿਹੜਾ ਵੀ ਕੋਈ ਭ੍ਰਿਸ਼ਟਾਚਾਰੀ ਜਿਹਨੇ ਪੰਜਾਬ ਦੇ ਹੱਕਾਂ ਦੇ ਉੱਪਰ ਡਾਕਾ ਮਾਰਨ ਦੀ ਕੋਸ਼ਿਸ਼ ਕੀਤੀ, ਲੋਕਾਂ ਨੂੰ ਲੁੱਟਣ ਕੀਤੀ, ਉਹ ਅੱਜ 212 ਤੋਂ ਵੀ ਵੱਧ ਨੇ ਜਿਹੜੇ ਉਹ ਪੰਜਾਬ ਦੇ ਜੇਲ੍ਹਾਂ ਦੀਆਂ ਹਵਾ ਜਿਹੜੀਆਂ ਉਹ ਖਾ ਰਹੇ ਨੇ। ਇਸੇ ਤਰੀਕੇ ਦੇ ਨਾਲ ਸਾਥੀਓ, ਪਿਛਲੇ 70 ਸਾਲਾਂ ਦੇ ਵਿੱਚ ਪੰਜਾਬ ਦੇ ਲੋਕਾਂ ਨੇ ਇਹ ਤਾਂ ਦੇਖਿਆ ਸੁਣਿਆ ਹੋਵੇਗਾ ਕਿ ਲੀਡਰ ਕਿਸ ਤਰੀਕੇ ਦੇ ਨਾਲ ਲੋਕਾਂ ਦੇ ਪੈਸੇ ਦੇ ਨਾਲ ਸਰਕਾਰ ਦੇ ਖਜ਼ਾਨੇ ਨੂੰ ਲੁੱਟ ਕੇ ਆਪ ਦਾ ਘਰ ਭਰਦੇ ਨੇ। ਪਰ ਇਹਨਾਂ 7 ਮਹੀਨਿਆਂ ਦੇ ਵਿੱਚ ਭਗਵੰਤ ਮਾਨ ਜੀ ਦੀ ਸਰਕਾਰ ਦੇ ਤਹਿਤ ਇਹ ਪਹਿਲੀ ਵਾਰੀ ਹੋਇਆ ਕਿ ਲੀਡਰਾਂ ਦੀਆਂ ਜੇਬਾਂ ਦੇ ਵਿੱਚੋਂ ਪੈਸਾ ਕੱਢ ਕੇ ਪੰਜਾਬ ਦੇ ਖਜ਼ਾਨੇ ਦੇ ਵਿੱਚ ਜਮ੍ਹਾਂ ਕਰਾਇਆ ਗਿਆ ਹੋਵੇ। ਤੁਹਾਡੇ ਯਾਦ ਹੋਏਗਾ, ਇੱਕ ਐਮਐਲਏ ਇੱਕ ਪੈਨਸ਼ਨ, ਅਸੀਂ ਚੋਣਾਂ ਤੋਂ ਪਹਿਲਾਂ ਵੀ ਬੜੀ ਬੁਲੰਦ ਆਵਾਜ਼ ਦੇ ਨਾਲ ਕਿਹਾ ਕਰਦੇ ਸੀਗੇ। ਸਰਕਾਰ ਵੰਡ ਸਰ ਭਗਵੰਤ ਮਾਨ ਜੀ ਨੇ ਇਹਦੇ ਉੱਪਰ ਬੜੀ ਸਖਤੀ ਦੇ ਨਾਲ ਫੈਸਲਾ ਲਿਆ। ਕਾਂਗਰਸੀਆਂ ਅਕਾਲੀਆਂ ਨੂੰ ਵਿਧਾਨ ਸਭਾ ਦੇ ਵਿੱਚ ਤੁਸੀਂ ਵਿਟਨੈਸ ਹੋ, ਉਸ ਗੱਲ ਦੀ ਤਕਲੀਫ ਵੀ ਬਹੁਤ ਹੋਈ। ਪਰ ਅੱਜ ਇੱਕ ਐਮਐਲਏ ਇੱਕ ਪੈਨਸ਼ਨ, ਜਿਹੜੇ ਕਿ ਕਈ ਐਮਐਲਏ ਇਹੋ ਜਿਹੇ ਸੀਗੇ ਕਿ 8-8 7-7 ਵਾਰੀ 10-10 ਵਾਰੀ ਰਹਿ ਚੁੱਕੇ ਸੀਗੇ, ਉਹ 4-4 5-5 ਲੱਖ ਤੱਕ ਪੈਨਸ਼ਨ ਘਰੇ ਬੈਠੇ ਹਾਰੇ ਹੋਏ ਲਈ ਜਾਂਦੇ ਸੀਗੇ। ਉਹਨਾਂ ਦੀਆਂ ਜੇਬਾਂ ਦੇ ਵਿੱਚੋਂ ਪੈਸਾ ਕੱਢ ਕੇ ਭਗਵੰਤ ਮਾਨ ਜੀ ਨੇ ਪੰਜਾਬ ਦੇ ਖਜ਼ਾਨੇ ਦੇ ਵਿੱਚ ਲਿਆਂਦਾ। ਤੇ ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਊਗੀ, ਪੰਜਾਬੀਆਂ ਨੂੰ 3 ਕਰੋੜ ਪੰਜਾਬੀਆਂ ਨੂੰ ਮਾਣ ਮਹਿਸੂਸ ਹੋਊਗਾ ਕਿ ਉਹਨਾਂ ਦੇ ਮੁੱਖ ਮੰਤਰੀ ਨੇ 5 ਸਾਲਾਂ ਦੇ ਵਿੱਚ 100 ਕਰੋੜ ਰੁਪਏ ਜਿਹੜਾ ਉਹ ਇਹਨਾਂ ਲੀਡਰਾਂ ਦੀਆਂ ਜੇਬਾਂ ਦੇ ਵਿੱਚੋਂ ਕੱਢ ਕੇ 5 ਸਾਲਾਂ ਦੇ ਵਿੱਚ ਪੰਜਾਬ ਦੇ ਖਜ਼ਾਨੇ ਦੇ ਵਿੱਚ ਲੈ ਆਉਣਾ ਹੈ। ਇਸੇ ਤਰੀਕੇ ਦੇ ਨਾਲ ਇਹੀ ਪੈਸਾ ਜਿਹੜਾ ਕਿ ਲੀਡਰ ਔਰ ਅਫਸਰ ਲੁੱਟਿਆ ਕਰਦੇ ਸੀਗੇ, ਤੇ ਉਹ ਪੰਜਾਬ ਦੇ ਸ਼ਹੀਦ ਜਿਹੜੇ ਦੇਸ਼ ਵਾਸਤੇ ਪੰਜਾਬ ਵਾਸਤੇ ਆਪਣੀਆਂ ਜਾਨਾਂ ਗਵਾਉਂਦੇ ਨੇ, ਉਹਨਾਂ ਨੂੰ ਕੱਖ ਨਹੀਂ ਮਿਲਦਾ ਸੀਗਾ। ਇਹੀ ਪੈਸਾ ਉਹਨਾਂ ਸ਼ਹੀਦ ਜਿਹੜੇ ਫੌਜੀ ਨੇ, ਜਿਹੜੇ ਫੌਜ ਦੇ ਕਰਮੀ ਨੇ ਜਾਂ ਪੁਲਿਸ ਦੇ ਕਰਮੀ ਨੇ, ਉਹਨਾਂ ਨੂੰ 1 ਕਰੋੜ ਰੁਪਏ ਜਿਹੜਾ ਉਹਦੀ ਰਾਸ਼ੀ ਹੈ ਜਿਹੜੀ ਇਹ ਪਹਿਲੀ ਵਾਰੀ ਹੋ ਰਿਹਾ ਦਿੱਲੀ ਤੋਂ ਬਾਅਦ ਪੰਜਾਬ ਦੇ ਵਿੱਚ ਪਹਿਲੀ ਵਾਰੀ ਹੋਇਆ 75 ਸਾਲਾਂ ਦੇ ਵਿੱਚ 1 ਕਰੋੜ ਦੀ ਰਾਸ਼ੀ ਜਿਹੜੀ ਉਹਨਾਂ ਨੂੰ ਮਿਲੇ। ਇਸੇ ਤਰੀਕੇ ਦੇ ਨਾਲ ਸਾਥੀਓ, ਖੇਤੀ ਪ੍ਰਧਾਨ ਸੂਬਾ ਪੰਜਾਬ ਦੀ ਅਰਥ ਵਿਵਸਥਾ ਉਹ ਸਾਰੀ ਦੀ ਸਾਰੀ ਖੇਤੀ ਦੇ ਉੱਪਰ ਨਿਰਭਰ ਕਰਦੀ ਹੈ। ਹੁਣ ਤੱਕ ਦੀਆਂ ਸਰਕਾਰਾਂ ਤੇ ਹੁਣ ਤੱਕ ਦੇ ਲੀਡਰ, ਚਾਹੇ ਉਹ ਦਿੱਗਜ ਲੀਡਰ ਅਕਾਲੀ ਦਲ ਦੇ ਸੀ, ਚਾਹੇ ਕਾਂਗਰਸ ਦੇ ਸੀਗੇ, ਉਹ ਆਪਦੇ ਆਪ ਨੂੰ ਕਿਸਾਨਾਂ ਦਾ ਮਸੀਹਾ ਤੇ ਕਿਸਾਨਾਂ ਦਾ ਰਹਿਬਰ ਦਾ ਜਿਹੜਾ ਟੈਗ ਤਾਂ ਦਿੰਦੇ ਰਹੇ, ਫਤਵਾ ਤਾਂ ਆਪਦੇ ਆਪ ਨੂੰ ਦਿੰਦੇ ਰਹੇ, ਪਰ ਪੰਜਾਬ ਦੇ ਕਿਸਾਨਾਂ ਦੀ ਬਾਹ ਕਦੇ ਕਿਸੇ ਨੇ ਨਹੀਂ ਫੜੀ ਹੈਗੀ। ਪਰ ਜਿਸ ਦਿਨ ਦੀ ਭਗਵੰਤ ਮਾਨ ਜੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਅਸੀਂ ਇਹ ਪਹਿਲੀ ਵਾਰੀ ਹੋਇਆ ਕਿ ਕਣਕ ਝੋਨੇ ਦੀ ਫਸਲ ਦੇ ਉੱਪਰ ਐਮਐਸਪੀ ਜਿਹੜੀ ਕਿ ਕੇਂਦਰ ਵੱਲੋਂ ਦਿੱਤੀ ਜਾਂਦੀ ਹੈ ਲੰਬੇ ਸਮੇਂ ਤੋਂ, ਉਹਨੂੰ ਛੱਡ ਕੇ ਪੰਜਾਬ ਸਰਕਾਰ ਨੇ ਪਹਿਲੀ ਵਾਰੀ ਤੀਜੀ ਫਸਲ ਦੇ ਉੱਪਰ, ਮੂੰਗੀ ਦੇ ਉੱਪਰ ਐਮਐਸਪੀ ਹੈ ਜਿਹੜੀ ਉਹ ਦਿੱਤੀ 7250 ਰੁਪਏ। ਔਰ ਨਾਲ ਇਹਦਾ ਵੀ ਪ੍ਰੋਵੀਜ਼ਨ ਕੀਤਾ ਕਿ ਜੇ ਕੋਈ 7250 ਰੁਪਏ ਤੋਂ ਘੱਟ ਵੇਚਦਾ ਤੇ ਮੈਕਸਿਮਮ 1000 ਰੁਪਏ ਪ੍ਰਤੀ ਕੁਇੰਟਲ ਦਾ ਡਿਫਰੈਂਸ਼ੀਅਲ ਅਮਾਉਂਟ, ਤਾਂ ਕਿ ਉਸ ਕਿਸਾਨ ਭਰਾ ਨੂੰ ਨੁਕਸਾਨ ਨਾ ਹੋਵੇ, ਉਹਦਾ ਡਿਫਰੈਂਸ਼ੀਅਲ ਅਮਾਉਂਟ ਹੈ ਜਿਹੜਾ ਉਹ ਸਰਕਾਰ ਆਪਦੇ ਵੱਲੋਂ ਪੇ ਕਰਦੀ ਹੈ, ਜਿਸ ਦੇ ਤਹਿਤ ਹੁਣ ਤੱਕ ਤਕਰੀਬਨ 4,90,000 ਕੁਇੰਟਲ ਹੈ ਜਿਹੜੀ ਉਹ ਮੂੰਗੀ ਪ੍ਰਕਿਉਰ ਹੋ ਚੁੱਕੀ ਹੈ। 54,000 ਏਕੜ ਤੋਂ ਵਧਾ ਕੇ ਇਸੇ ਇਨੀਸ਼ੀਏਟਿਵ ਦੇ ਤਹਿਤ ਜਿਹੜਾ ਮੂੰਗੀ ਦੇ ਤਹਿਤ ਰਕਬਾ ਹੈ ਉਹ 1,29,000 ਏਕੜ ਇੱਕੋ ਹੀ ਸਾਲ ਦੇ ਵਿੱਚ ਸਰਕਾਰ ਬਣਦੇ ਸਾਰੀ ਜਿਹੜਾ ਕਰ ਦਿੱਤਾ ਗਿਆ, ਜਿਹੜਾ ਕਿ ਬਹੁਤ ਵੱਡੀ ਅਚੀਵਮੈਂਟ ਹੈ। ਇਸੇ ਤਰੀਕੇ ਦੇ ਨਾਲ ਪੰਜਾਬ 5 ਦਰਿਆਵਾਂ ਦਾ ਪੰਜਾਬ ਜਿਹੜਾ ਕਿ ਰੇਗਿਸਤਾਨ ਬਣਨ ਵਾਲੇ ਪਾਸੇ ਵੱਲ ਵਧ ਰਿਹਾ ਬੜੀ ਤੇਜ਼ੀ ਦੇ ਨਾਲ, ਉਹਦੇ ਪਾਣੀ ਨੂੰ ਬਚਾਉਣ ਦੇ ਲਈ ਇੱਕ ਨਾਇਬ ਉਪਰਾਲਾ ਉਹ ਭਗਵੰਤ ਮਾਨ ਜੀ ਦੀ ਸਰਕਾਰ ਨੇ ਕੀਤਾ, ਡਾਇਰੈਕਟ ਸੀਡਿੰਗ ਆਫ ਰਾਈਸ, ਯਾਨੀ ਕਿ ਸਿੱਧੀ ਬਿਜਾਈ ਝੋਨੇ ਦੀ।
ਤਾਂ ਮੰਤਰੀ ਅਮਨ ਅਰੋੜਾ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ 7 ਮਹੀਨੇ ਦੇ ਵਿੱਚ ਕੀ ਕੁਝ ਕੰਮ ਸਰਕਾਰ ਨੇ ਕੀਤੇ ਨੇ। ਅੱਗੇ ਵਧਾਂਗੇ। ਨਸ਼ੇ ਦੀ ਓਵਰਡੋਜ਼ ਦੇ ਨਾਲ 18 ਸਾਲਾ ਨੌਜਵਾਨ ਦੀ ਮੌਤ ਦੀ ਖਬਰ ਆ ਰਹੀ ਹੈ। ਖਡੂਰ ਸਾਹਿਬ ਦੇ ਵਿੱਚ ਦੱਸਿਏ ਕਿ ਨਹਿਰ ਦੇ ਨੇੜੇ ਨੌਜਵਾਨ ਦੀ ਲਾਸ਼ ਮਿਲੀ ਹੈ। ਜਵਾਨ ਪੁੱਤ ਦੀ ਮੌਤ ਤੇ ਇਹ ਪਿਤਾ ਦਾ ਦਰਦ ਛਲਕਿਆ। ਦੱਸਦੀ ਕਿ ਸੰਸਕਾਰ ਦੇ ਦੌਰਾਨ ਪਿਤਾ ਦੀ ਲੋਕਾਂ ਨੂੰ ਅਪੀਲ ਹੈ ਕਿ ਪਿਤਾ ਨੇ ਮੂੰਹ ਪੁੱਤ ਦੇ ਪੌਦੇ ਸੀਵੇ ਦੇ ਅੱਗੇ ਦੱਸਦੀ ਕਿ ਖੜੇ ਹੋ ਕੇ ਕਿਹਾ ਕਿ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਓ। और तस्वीरां भी जड़ियां ने मौके दियां सामने आईयां ने, यानी कि किस तरह दे नाल ये पिता दे वल्लों अपील की जा रही है। हालांकि वेख्या जा सकता है गुरसिक्खी बाणे दे विच है पिता और खुद बलदे सिवे दे कोल खड़ा है, अपने पुत दे अपील कर रहा है कि बच्चियां नूं नशियां तो बचाओ। ते बेहदी त्रासदी है पंजाब दी कि एक तो बाद एक अजिहियां तस्वीरां खबरां सामने आउंदियां ने जदों नशे दी ओवरडोज दे नाल 16 साल दे 18 साल दे 14 साल दे 22 साल दे अजिहे नौजवान ਦੀ ਮੌਤ ਹੁੰਦੀ ਹੈ। ਤਾਂ ਇੱਕ ਹੋਰ ਘਟਨਾ ਸਾਹਮਣੇ ਆਈ ਹੈ। ਇਹ ਹਾਦਸਾ ਹੀ ਕਹਿ ਸਕਦੇ ਹਾਂ ਕਿਉਂਕਿ ਨਸ਼ੇ ਦੀ ਓਵਰਡੋਜ਼ ਦੇ ਨਾਲ 18 ਸਾਲਾ ਨੌਜਵਾਨ ਦੀ ਮੌਤ ਹੋਈ ਹੈ। ਇਹ ਆਪਣਾ ਲੋਕਾਂ ਦਾ ਇਹਨਾਂ ਗੱਲ ਆਖਿਓ ਅੱਜ ਬੱਚੇ ਦਾ ਸੰਸਕਾਰ ਹੋਇਆ ਤੇ ਆਪਣੇ ਘਰ ਅੱਗ ਨਹੀਂ ਆਉਣੀ। ਇਹ ਆਪਣੇ ਘਰ ਵੀ ਅੱਗ ਆਈ ਹੋਈ ਹੈ। ਹੁਣ ਘਰੋਂ ਘਰੀ ਆਪਣੇ ਬੱਚਿਆਂ ਨੂੰ ਜਾ ਕੇ ਫੋਲ ਕੇ ਵੇਖ ਲਿਓ, ਆਪਣੇ ਬੱਚਿਆਂ ਨੂੰ ਜਾ ਕੇ ਪੁੱਛ ਕੇ ਵੇਖ ਲਿਓ। ਬੱਚਿਆਂ ਦੀ ਜੋ ਹਾਲਤ ਹੋ ਗਈ ਹੈ ਉਹ ਦਾਸ ਜਾਣਦਾ ਹੈ। ਦਾਸ ਨੇ ਇੱਥੇ ਵੇਖੇ ਆ ਖੁਦ ਆਪਣੇ ਬੱਚੇ ਜਿਹੜੇ, ਮੈਂ ਉਹਨਾਂ ਨੂੰ ਚਪੇੜਾ ਵੀ ਮਾਰੀਆਂ, ਕਿਹਾ ਵੀ ਕਿ ਤੁਸੀਂ ਇਹ ਕੰਮ ਨਾ ਕਰੋ, ਪਰ ਉਹਨਾਂ ਦੇ ਬੱਚਿਆਂ ਨੇ ਇਹ ਗੱਲ ਕਹੀ ਕਿ ਅਸੀਂ ਹਟ ਨਹੀਂ ਸਕਦੇ, ਹੁਣ ਇਹ ਕੰਮ ਦੇ ਵਿੱਚ ਲੱਗ ਗਏ। ਬੜਾ ਦੁੱਖ ਹੋਇਆ ਹੈ। ਇਹ ਆਪਣਾ ਲੋਕਾਂ ਦਾ ਇਹਨਾਂ ਗੱਲ ਆਖਿਓ ਅੱਜ ਬੱਚੇ ਦਾ ਸੰਸਕਾਰ ਹੋਇਆ ਤੇ ਆਪਣੇ ਘਰ ਅੱਗ ਨਹੀਂ ਆਉਣੀ। ਇਹ ਆਪਣੇ ਘਰ ਵੀ ਅੱਗ ਆਈ ਹੋਈ ਹੈ। ਹੁਣ ਘਰੋਂ ਘਰੀ ਆਪਣੇ ਬੱਚਿਆਂ ਨੂੰ ਜਾ ਕੇ ਫੋਲ ਕੇ ਵੇਖ ਲਿਓ, ਆਪਣੇ ਬੱਚਿਆਂ ਨੂੰ ਜਾ ਕੇ ਪੁੱਛ ਕੇ ਵੇਖ ਲਿਓ। ਬੱਚਿਆਂ ਦੀ ਜੋ ਹਾਲਤ ਹੋ ਗਈ ਹੈ ਉਹ ਦਾਸ ਜਾਣਦਾ ਹੈ। ਦਾਸ ਨੇ ਇੱਥੇ ਵੇਖੇ ਆ ਖੁਦ ਆਪਣੇ ਬੱਚੇ ਜਿਹੜੇ, ਮੈਂ ਉਹਨਾਂ ਨੂੰ ਚਪੇੜਾ ਵੀ ਮਾਰੀਆਂ, ਕਿਹਾ ਵੀ ਕਿ ਤੁਸੀਂ ਇਹ ਕੰਮ ਨਾ ਕਰੋ, ਪਰ ਉਹਨਾਂ ਦੇ ਬੱਚਿਆਂ ਨੇ ਇਹ ਗੱਲ ਕਹੀ ਕਿ ਅਸੀਂ ਹਟ ਨਹੀਂ ਸਕਦੇ, ਹੁਣ ਇਹ ਕੰਮ ਦੇ ਵਿੱਚ ਲੱਗ ਗਏ। ਬੜਾ ਦੁੱਖ ਹੋਇਆ ਹੈ। ਇਹ ਆਪਣਾ ਲੋਕਾਂ ਦਾ ਇਹਨਾਂ ਗੱਲ ਆਖਿਓ ਤਾਂ ਦਰਦਨਾਕ ਖਬਰ ਹੈ। ਔਰ ਕਿਸ ਤਰ੍ਹਾਂ ਦੇ ਨਾਲ ਅੰਮ੍ਰਿਤਧਾਰੀ ਹੋਣ ਦੇ ਬਾਵਜੂਦ ਇਸ ਪਿਤਾ ਦੇ ਵੱਲੋਂ ਬੇਬਸ ਆਪਣੇ ਆਪ ਨੂੰ ਮਹਿਸੂਸ ਕੀਤਾ ਜਾ ਰਿਹਾ ਹੈ। ਸਿਧਾਰਥ ਅਰੋੜਾ ਫੋਨ ਲਾਈਨ ਤੇ ਨੇ ਸਾਡੇ ਨਾਲ। ਸਿਧਾਰਥ, ਕੀ ਕੁਝ ਜਾਣਕਾਰੀ ਹੈ? ਮਹਿਜ਼ 18 ਸਾਲ ਦਾ ਇਹ ਨੌਜਵਾਨ ਜਿਸ ਦੀ ਨਸ਼ੇ ਦੇ ਨਾਲ ਮੌਤ ਹੋਈ ਹੈ ਔਰ ਉਸ ਤੋਂ ਬਾਅਦ ਇਹ ਪਿਤਾ ਦੀ ਹਾਲਤ। ਬਿਲਕੁਲ ਇਹ ਗੱਲ ਕਰੀਏ ਵਿਧਾਨ ਸਭਾ ਹਲਕਾ ਤੇ ਲਗਾਤਾਰ ਜਿਹੜੀਆਂ ਨਸ਼ੇ ਦੇ ਨਾਲ ਮੌਤਾਂ ਹੋਣ ਦਾ ਮਾਮਲਾ ਸਾਹਮਣੇ ਆ ਰਿਹਾ ਹੈ। ਇਸੇ ਤਰੀਕੇ ਨਾਲ ਮਹਿਕਦੀਪ ਸਿੰਘ ਹੈ ਜਿਸ ਦੀ ਨਸ਼ੇ ਦੇ ਨਾਲ ਮੌਤ ਹੋਈ ਹੈ। ਹਾਲਾਂਕਿ ਉਹਦੇ ਪਿਤਾ ਦਾ ਕਹਿਣਾ ਹੈ ਕਿ ਕਈ ਵਾਰ ਉਸ ਜਗ੍ਹਾ ਤੇ ਜਾ ਕੇ ਮੈਂ ਬੱਚੇ ਆਪਣੇ ਨੂੰ ਸਮਝਾਇਆ ਵੀ ਤੇ ਜਿਹੜੇ ਹੋਰ ਨਸ਼ਾ ਕਰਦੇ ਸੀ ਉਹਨਾਂ ਨੂੰ ਵੀ ਕਈ ਵਾਰ ਕਿਹਾ, ਲੇਕਿਨ ਨਤੀਜਾ ਅੱਜ ਮੈਨੂੰ ਇਹ ਮਿਲਿਆ ਕਿ ਜਿਹੜਾ ਮੇਰੇ ਬੇਟੇ ਦੀ ਜਿਹੜੀ ਮੌਤ ਹੋਈ ਹੈ ਤੇ ਸੰਸਕਾਰ ਕਰਦੇ ਵਕਤ ਪਿਤਾ ਇੱਕ ਜਿਹੜਾ ਭਾਵੁਕ ਹੋਇਆ। ਹਾਲਾਂਕਿ ਕਿੰਨਾ ਕੁ ਜਿਹੜਾ ਪੁਲਿਸ ਤੇ ਪਿਆ, ਪੁਲਿਸ ਵੱਲੋਂ ਵੀ 174 ਦੀ ਕਾਰਵਾਈ ਕੀਤੀ ਗਈ ਹੈ, ਲੇਕਿਨ ਪੁਲਿਸ ਦਾ ਇਹੀ ਕਹਿਣਾ ਹੈ ਕਿ ਕੁਝ ਹੋਰ ਤੱਥ ਸਾਹਮਣੇ ਆਉਣਗੇ ਤਾਂ ਕੀਤਾ ਜਾਵੇਗਾ ਤਾਂ, ਲੇਕਿਨ ਇੱਕ ਜਿਹੜਾ ਪਿਤਾ ਹੈ ਬੇਬਸ ਹੋਇਆ ਹੈ ਇੱਥੇ, ਜਿਸ ਵੱਲੋਂ ਕਿਹਾ ਜਾ ਰਿਹਾ ਹੈ ਕਿ ਲਗਾਤਾਰ ਖਡੂਰ ਸਾਹਿਬ ਦੇ ਵਿੱਚ ਨਸ਼ੇ ਦੇ ਨਾਲ ਮੌਤਾਂ ਹੋ ਰਹੀਆਂ ਨੇ, ਲੇਕਿਨ ਸਰਕਾਰ ਅਤੇ ਪੁਲਿਸ ਕੁਝ ਨਹੀਂ ਕਰ ਰਹੀ ਹੈ। ਜੀ ठीक है सिद्धार्थ, धन्यवाद है तमाम जानकारी ली। ਤਾਂ ਇਹ ਤਰਾਸਦੀ ਹੈ ਔਰ ਇਹ ਤਸਵੀਰਾਂ ਖਡੂਰ ਸਾਹਿਬ ਤੋਂ ਸਾਹਮਣੇ ਆਈਆਂ ਜਿੱਥੇ ਇੱਕ ਨਸ਼ੇ ਦੇ ਨਾਲ ਮੌਤ ਤੋਂ ਬਾਅਦ ਸਿਵੇ ਦੇ ਕੋਲ ਖੜੇ ਪਿਓ ਦੇ ਵੱਲੋਂ ਅਪੀਲ ਕੀਤੀ ਗਈ ਹੈ, ਰੋ ਰੋ ਕੇ ਗੁਹਾਰ ਲਾਈ ਗਈ ਹੈ। ਆਪਣੇ ਬੱਚਿਆਂ ਨੂੰ ਜਾ ਕੇ ਫੋਲ ਕੇ ਵੇਖ ਲਿਓ, ਆਪਣੇ ਬੱਚਿਆਂ ਨੂੰ ਜਾ ਕੇ ਪੁੱਛ ਕੇ ਵੇਖ ਲਿਓ। ਬੱਚਿਆਂ ਦੀ ਜੋ ਹਾਲਤ ਹੋ ਗਈ ਹੈ ਉਹ ਦਾਸ ਜਾਣਦਾ ਹੈ। ਦਾਸ ਨੇ ਇੱਥੇ ਵੇਖੇ ਆ ਖੁਦ ਆਪਣੇ ਬੱਚੇ ਜਿਹੜੇ, ਮੈਂ ਉਹਨਾਂ ਨੂੰ ਚਪੇੜਾ ਵੀ ਮਾਰੀਆਂ, ਕਿਹਾ ਵੀ ਕਿ ਤੁਸੀਂ ਇਹ ਕੰਮ ਨਾ ਕਰੋ, ਪਰ ਉਹਨਾਂ ਦੇ ਬੱਚਿਆਂ ਨੇ ਇਹ ਗੱਲ ਕਹੀ ਕਿ ਅਸੀਂ ਹਟ ਨਹੀਂ ਸਕਦੇ, ਹੁਣ ਇਹ ਕੰਮ ਦੇ ਵਿੱਚ ਲੱਗ ਗਏ। ਬੜਾ ਦੁੱਖ ਹੋਇਆ ਹੈ। ਇਹ ਆਪਣਾ ਲੋਕਾਂ ਦਾ ਇਹਨਾਂ ਗੱਲ ਆਖਿਓ ਅੱਜ ਬੱਚੇ ਦਾ ਸੰਸਕਾਰ ਹੋਇਆ ਤੇ ਆਪਣੇ ਘਰ ਅੱਗ ਨਹੀਂ ਆਉਣੀ। ਇਹ ਆਪਣੇ ਘਰ ਵੀ ਅੱਗ ਆਈ ਹੋਈ ਹੈ। ਹੁਣ ਘਰੋਂ ਘਰੀ ਆਪਣੇ ਬੱਚਿਆਂ ਨੂੰ ਜਾ ਕੇ ਫੋਲ ਕੇ ਵੇਖ ਲਿਓ, ਆਪਣੇ ਬੱਚਿਆਂ ਨੂੰ ਜਾ ਕੇ ਪੁੱਛ ਕੇ ਵੇਖ ਲਿਓ। ਬੱਚਿਆਂ ਦੀ ਜੋ ਹਾਲਤ ਹੋ ਗਈ ਹੈ ਉਹ ਦਾਸ ਜਾਣਦਾ ਹੈ। ਦਾਸ ਨੇ ਇੱਥੇ ਵੇਖੇ ਆ ਖੁਦ ਆਪਣੇ ਬੱਚੇ ਜਿਹੜੇ, ਮੈਂ ਉਹਨਾਂ ਨੂੰ ਚਪੇੜਾ ਵੀ ਮਾਰੀਆਂ, ਕਿਹਾ ਵੀ ਕਿ ਤੁਸੀਂ ਇਹ ਕੰਮ ਨਾ ਕਰੋ, ਪਰ ਉਹਨਾਂ ਦੇ ਬੱਚਿਆਂ ਨੇ ਇਹ ਗੱਲ ਕਹੀ ਕਿ ਅਸੀਂ ਹਟ ਨਹੀਂ ਸਕਦੇ, ਹੁਣ ਇਹ ਕੰਮ ਦੇ ਵਿੱਚ ਲੱਗ ਗਏ। ਬੜਾ ਦੁੱਖ ਹੋਇਆ ਹੈ। ਇਹ ਆਪਣਾ ਲੋਕਾਂ ਦਾ ਇਹਨਾਂ ਗੱਲ ਡੈਥ ਦਾ ਕਾਰਨ ਉਹਨੂੰ ਪਤਾ ਤਾਂ ਲੱਗਾ ਨਹੀਂ ਜੀ। ਉੱਥੇ ਜਾ ਕੇ ਜਦੋਂ ਅਸੀਂ ਦੇਖਿਆ ਇਹਨੇ ਸਿਰਫ ਡਰੱਗ ਦਾ ਇੰਜੈਕਸ਼ਨ ਲਾਇਆ, ਟੀਕਾ ਲਾਇਆ ਸੀ। ਉੱਥੇ ਇਕੱਲਾ ਡਿੱਗਾ ਪਿਆ ਸੀ, ਲਾਗੇ ਕੋਈ ਨਹੀਂ ਆ, ਤੇ ਐਂ ਝਾੜੀਆਂ 'ਚ ਡਿੱਗਾ ਪਿਆ ਸੀ ਨਹਿਰ ਤੇ। ਠੀਕ ਹੈ ਜੀ,
ਅਸੀਂ ਤਾਂ ਉੱਥੇ ਸਾਨੂੰ ਤਾਂ ਖੁਦ ਹੱਥਾਂ ਪੈਰਾਂ ਦੀ ਪੈ ਗਈ, ਲਾਗੇ ਬਾਈਕ ਵੀ ਇਹਦੀ ਲੱਗੀ ਤੇ ਅਸੀਂ ਜਾ ਕੇ ਬਾਅਦ 'ਚ ਜਦੋਂ ਚੈੱਕ ਕੀਤਾ ਤੇ ਟੀਕਾ ਲਾਇਆ ਇਹਨੇ ਤੇ ਜਿਹੜੇ ਨਾਲ ਹੀ ਬੰਦੇ ਉਹਨਾਂ ਦਾ ਤਾਂ ਸਾਨੂੰ ਪਤਾ ਨਹੀਂ ਕੌਣ। ਖਡੂਰ ਸਾਹਿਬ ਜਾ ਕੇ ਇੱਕ ਵਾਰੀ ਵੀ ਪੁੱਛ ਲਓ ਕਿਹੜਾ ਬੰਦਾ ਕਹਿੰਦਾ, ਇੱਕ ਵੀ ਬੰਦਾ ਕਹਿ ਦੂਗਾ ਨਸ਼ਾ ਨਹੀਂ ਹੈਗਾ ਤਾਂ ਮੈਨੂੰ ਨੀਵੇਂ ਥਾਂ ਪਾ ਦਿਓ ਜੀ। ਇੱਕ ਵੀ ਬੰਦਾ ਕਹਿ ਦੂਗਾ ਨਸ਼ਾ ਨਹੀਂ ਹੈਗਾ ਤਾਂ ਕੋਈ ਚੱਕਰ ਨਹੀਂ, ਜਿਹੜਾ ਮਰਜ਼ੀ ਪਰਚਾ ਕਰ ਦਿਓ। ਕਰ ਨਸ਼ਾ ਤਾਂ ਇਹ ਤਸਵੀਰ ਖਡੂਰ ਸਾਹਿਬ ਤੋਂ ਸਾਹਮਣੇ ਆਈ ਹੈ ਔਰ ਘਰ ਘਰ ਨਸ਼ਾ ਵਿਕ ਰਿਹਾ ਹੈ। ਕਿਸ ਤਰ੍ਹਾਂ ਦੇ ਨਾਲ ਸ਼ਰੇਆਮ ਇਹ ਲੋਕਾਂ ਦੇ ਵੱਲੋਂ, ਨੌਜਵਾਨਾਂ ਦੇ ਵੱਲੋਂ ਦੱਸਿਆ ਗਿਆ। ਤਾਂ ਨਸ਼ੇ ਦੇ ਨਾਲ 18 ਸਾਲ ਦੇ ਨੌਜਵਾਨ ਦੀ ਇਹ ਮੌਤ ਹੋਈ ਹੈ ਔਰ ਬਲਦੇ ਸਿਵੇ ਦੇ ਅੱਗੇ ਖੜੇ ਪਿਤਾ ਦੇ ਵੱਲੋਂ ਰੋ ਰੋ ਕੇ ਇਹ ਗੁਹਾਰ ਲਾਈ ਗਈ ਹੈ। ਅੱਜ ਬੱਚੇ ਦਾ ਸੰਸਕਾਰ ਹੋਇਆ ਤੇ ਆਪਣੇ ਘਰ ਅੱਗ ਨਹੀਂ ਆਉਣੀ। ਇਹ ਆਪਣੇ ਘਰ ਵੀ ਅੱਗ ਆਈ ਹੋਈ ਹੈ। ਹੁਣ ਘਰੋਂ ਘਰੀ ਆਪਣੇ ਬੱਚਿਆਂ ਨੂੰ ਜਾ ਕੇ ਫੋਲ ਕੇ ਵੇਖ ਲਿਓ, ਆਪਣੇ ਬੱਚਿਆਂ ਨੂੰ ਜਾ ਕੇ ਪੁੱਛ ਕੇ ਵੇਖ ਲਿਓ। ਬੱਚਿਆਂ ਦੀ ਜੋ ਹਾਲਤ ਹੋ ਗਈ ਹੈ ਉਹ ਦਾਸ ਜਾਣਦਾ ਹੈ। ਦਾਸ ਨੇ ਇੱਥੇ ਵੇਖੇ ਆ ਖੁਦ ਆਪਣੇ ਬੱਚੇ ਜਿਹੜੇ, ਮੈਂ ਉਹਨਾਂ ਨੂੰ ਚਪੇੜਾ ਵੀ ਮਾਰ ਗਿਆ, ਕਿਹਾ ਵੀ ਕਿ ਤੁਸੀਂ ਇਹ ਕੰਮ ਨਾ ਕਰੋ, ਪਰ ਉਹਨਾਂ ਦੇ ਬੱਚਿਆਂ ਨੇ ਇਹ ਗੱਲ ਕਹੀ ਕਿ ਅਸੀਂ ਹੱਥ ਨਹੀਂ ਸਕਦੇ, ਹੁਣ ਇਹ ਕੰਮ ਦੇ ਵਿੱਚ ਲੱਗ ਗਏ। ਬੜਾ ਦੁੱਖ ਹੋਇਆ ਹੈ। ਇਹ ਆਪਣਾ ਲੋਕਾਂ ਦਾ ਇਹਨਾਂ ਗੱਲ ਆਖਿਓ ਅੱਜ ਬੱਚੇ ਦਾ ਸੰਸਕਾਰ ਹੋਇਆ ਤੇ ਆਪਣੇ ਘਰ ਅੱਗ ਨਹੀਂ ਆਉਣੀ। ਇਹ ਆਪਣੇ ਘਰ ਵੀ ਅੱਗ ਆਈ ਹੋਈ ਹੈ। ਹੁਣ ਘਰੋਂ ਘਰੀ ਆਪਣੇ ਬੱਚਿਆਂ ਨੂੰ ਜਾ ਕੇ ਫੋਲ ਕੇ ਵੇਖ ਲਿਓ, ਆਪਣੇ ਬੱਚਿਆਂ ਨੂੰ ਜਾ ਕੇ ਪੁੱਛ ਕੇ ਵੇਖ ਲਿਓ। ਬੱਚਿਆਂ ਦੀ ਜੋ ਹਾਲਤ ਹੋ ਗਈ ਹੈ ਉਹ ਦਾਸ ਜਾਣਦਾ ਹੈ। ਦਾਸ ਨੇ ਇੱਥੇ ਵੇਖੇ ਆ ਖੁਦ ਆਪਣੇ ਬੱਚੇ ਜਿਹੜੇ, ਮੈਂ ਉਹਨਾਂ ਨੂੰ ਚਪੇੜਾ ਵੀ ਮਾਰ ਗਿਆ, ਕਿਹਾ ਵੀ ਕਿ ਤੁਸੀਂ ਇਹ ਕੰਮ ਨਾ ਕਰੋ, ਪਰ ਉਹਨਾਂ ਦੇ ਬੱਚਿਆਂ ਨੇ ਇਹ ਗੱਲ ਕਹੀ ਕਿ ਅਸੀਂ ਹੱਥ ਨਹੀਂ ਸਕਦੇ, ਹੁਣ ਇਹ ਕੰਮ ਦੇ ਵਿੱਚ ਲੱਗ ਗਏ। ਬੜਾ ਦੁੱਖ ਹੋਇਆ ਹੈ। ਇਹ ਆਪਣਾ ਲੋਕਾਂ ਦਾ ਇਹਨਾਂ ਗੱਲ ਆਖਿਓ ਅੱਜ ਬੱਚੇ ਦਾ ਸੰਸਕਾਰ ਹੋਇਆ। ਤਾਂ ਇਸੇ ਖਬਰ ਦੇ ਨਾਲ ਰੁਕਦੇ ਹਾਂ ਇੱਕ ਬ੍ਰੇਕ ਦੇ ਲਈ, ਜਲਦੀ ਵਾਪਸ ਆਉਂਦੇ ਹਾਂ।